ਪਿਆਰੇ ਵਿਦਿਆਰਥੀਓ, ਅੱਜ ਅਸੀਂ ਅਧਿਆਇ 9 ਕਰਾਂਗੇ ਜੰਤੂਆਂ ਵਿੱਚ ਪ੍ਰਜਨਨ। ਵਿਦਿਆਰਥੀਓ, ਕੀ ਤੁਹਾਨੂੰ ਪਤਾ ਹੈ ਪ੍ਰਜਨਨ ਕੀ ਹੁੰਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਜੰਤੂ ਬੱਚੇ ਕਿਵੇਂ ਪੈਦਾ ਕਰਦੇ ਹਨ? ਵਿਦਿਆਰਥੀਓ, ਤੁਸੀਂ ਇਹਨਾਂ ਪ੍ਰਸ਼ਨਾਂ ਦੇ ਉੱਤਰ ਇਸ ਅਧਿਆਇ ਵਿੱਚ ਚੰਗੀ ਤਰ੍ਹਾਂ ਜਾਣ ਜਾਓਗੇ। ਆਓ ਇਸ ਅਧਿਆਇ ਦੀ ਸ਼ੁਰੂਆਤ ਕੁਝ ਉਦਾਹਰਨਾਂ ਨਾਲ ਕਰੀਏ। ਵਿਦਿਆਰਥੀਓ, ਹਰ ਜੰਤੂ ਆਪਣੀ ਵਰਗੀ ਸੰਤਾਨ ਪੈਦਾ ਕਰਦਾ ਹੈ, ਜਿਵੇਂ ਕਿ ਮਨੁੱਖ ਬੱਚਾ ਪੈਦਾ ਕਰਦਾ ਹੈ, ਬਿੱਲੀ ਬਲੂੰਗੜੇ ਦਿੰਦੀ ਹੈ ਤੇ ਮੁਰਗੀ ਆਂਡਾ ਦਿੰਦੀ ਹੈ ਜਿਸ ਵਿੱਚੋਂ ਚੂਚਾ ਨਿਕਲਦਾ ਹੈ। ਵਿਦਿਆਰਥੀਓ, ਹਰ ਜੰਤੂ ਆਪਣੀ ਵਰਗੀ ਸੰਤਾਨ ਪੈਦਾ ਕਰਦਾ ਹੈ, ਇਸ ਨੂੰ ਹੀ ਪ੍ਰਜਨਨ ਕਿਹਾ ਜਾਂਦਾ ਹੈ। ਇਹ ਸਾਡੇ ਕੋਲ ਪ੍ਰਜਨਨ ਦੀਆਂ ਕੁਝ ਉਦਾਹਰਨਾਂ ਸੀ, ਜਿਨ੍ਹਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣ ਚੁੱਕੇ ਹੋ ਕਿ ਪ੍ਰਜਨਨ ਕੀ ਹੁੰਦਾ ਹੈ। ਵਿਦਿਆਰਥੀਓ, ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਪ੍ਰਜਨਨ ਕਿਉਂ ਜ਼ਰੂਰੀ ਹੈ। ਵਿਦਿਆਰਥੀਓ, ਪ੍ਰਜਨਨ ਕਿਰਿਆ ਜਾਤੀਆਂ ਦੀ ਲਗਾਤਾਰ ਹੋਂਦ ਬਣਾਈ ਰੱਖਣ ਲਈ ਜ਼ਰੂਰੀ ਹੈ। ਇੱਕੋ ਕਿਸਮ ਦੇ ਜੀਵਾਂ ਦਾ ਪੀੜ੍ਹੀ ਦਰ ਪੀੜ੍ਹੀ ਵਾਧਾ ਪ੍ਰਜਨਨ ਕਿਰਿਆ ਨਾਲ ਹੀ ਹੁੰਦਾ ਹੈ। ਵਿਦਿਆਰਥੀਓ, ਹੁਣ ਅਸੀਂ ਜਾਣਦੇ ਹਾਂ ਕਿ ਜੰਤੂ ਕਿਸ ਤਰ੍ਹਾਂ ਪ੍ਰਜਨਨ ਕਰਦੇ ਹਨ। ਵਿਦਿਆਰਥੀਓ, ਜੰਤੂਆਂ ਦੇ ਪ੍ਰਜਨਨ ਦੀਆਂ ਦੋ ਵਿਧੀਆਂ ਹਨ, ਲਿੰਗੀ ਪ੍ਰਜਨਨ ਤੇ ਅਲਿੰਗੀ ਪ੍ਰਜਨਨ। ਅਸੀਂ ਹੁਣ ਲਿੰਗੀ ਪ੍ਰਜਨਨ ਬਾਰੇ ਜਾਣਦੇ ਹਾਂ। ਵਿਦਿਆਰਥੀਓ, ਆਓ ਲਿੰਗੀ ਪ੍ਰਜਨਨ ਨੂੰ ਜਾਣੀਏ। ਅਸੀਂ ਲਿੰਗੀ ਪ੍ਰਜਨਨ ਨੂੰ ਮਨੁੱਖ ਵਿੱਚ ਜਣਨ ਕਿਰਿਆ ਨਾਲ ਜਾਣਦੇ ਹਾਂ। ਵਿਦਿਆਰਥੀਓ, ਲਿੰਗੀ ਪ੍ਰਜਨਨ ਉਹ ਪ੍ਰਜਨਨ ਹੈ ਜਿਸ ਵਿੱਚ ਨਰ ਅਤੇ ਮਾਦਾ ਦੋਵੇਂ ਭਾਗ ਲੈਂਦੇ ਹਨ। ਵਿਦਿਆਰਥੀਓ, ਇਸ ਦਾ ਮਤਲਬ ਇਹ ਹੋਇਆ ਕਿ ਬੱਚਾ ਪੈਦਾ ਕਰਨ ਲਈ ਨਰ ਅਤੇ ਮਾਦਾ ਦੋਨਾਂ ਦੀ ਜ਼ਰੂਰਤ ਪੈਂਦੀ ਹੈ। ਨਰ ਅਤੇ ਮਾਦਾ ਵਿੱਚ ਪ੍ਰਜਨਨ ਕਰਨ ਲਈ ਭਿੰਨ-ਭਿੰਨ ਜਣਨ ਅੰਗ ਹੁੰਦੇ ਹਨ। ਵਿਦਿਆਰਥੀਓ, ਨਰ ਜਣਨ ਅੰਗ ਵਿੱਚ ਇੱਕ ਜੋੜੀ ਪਤਾਲੂ, ਦੋ ਸ਼ੁਕਰਾਣੂ ਵਹਿਣੀਆਂ ਤੇ ਇੱਕ ਨਰ ਇੰਦਰੀ ਹੁੰਦੀ ਹੈ। ਮਾਦਾ ਜਣਨ ਅੰਗ ਵਿੱਚ ਇੱਕ ਜੋੜੀ ਅੰਡਕੋਸ਼, ਇੱਕ ਨਿਕਾਸ ਵਹਿਣੀ ਤੇ ਬੱਚੇਦਾਨੀ ਹੁੰਦੀ ਹੈ। ਨਰ ਅਤੇ ਮਾਦਾ ਯੁਗਮਕ ਬਣਾਉਂਦੇ ਹਨ। ਨਰ ਦੇ ਯੁਗਮਕ ਨੂੰ ਸ਼ੁਕਰਾਣੂ ਤੇ ਮਾਦਾ ਦੇ ਯੁਗਮਕ ਨੂੰ ਅੰਡਾਣੂ ਕਹਿੰਦੇ ਹਨ। ਸ਼ੁਕਰਾਣੂ ਕੁਝ ਇਸ ਤਰ੍ਹਾਂ ਦਾ ਦਿਸਦਾ ਹੈ ਤੇ ਅੰਡਾਣੂ ਦਾ ਚਿੱਤਰ ਆਂਡੇ ਦੀ ਤਰ੍ਹਾਂ ਹੁੰਦਾ ਹੈ। ਵਿਦਿਆਰਥੀਓ, ਪਤਾਲੂ ਨਰ ਦੇ ਯੁਗਮਕ ਉਤਪੰਨ ਕਰਦੇ ਹਨ, ਜਿਸ ਨੂੰ ਸ਼ੁਕਰਾਣੂ ਕਹਿੰਦੇ ਹਨ। ਪਤਾਲੂ ਲੱਖਾਂ ਹੀ ਸ਼ੁਕਰਾਣੂ ਪੈਦਾ ਕਰਦੇ ਹਨ। ਵਿਦਿਆਰਥੀਓ, ਇਹ ਨਰ ਜਣਨ ਅੰਗ ਵਿੱਚ ਪਤਾਲੂ ਹੈ ਜੋ ਕਿ ਸ਼ੁਕਰਾਣੂ ਪੈਦਾ ਕਰਦਾ ਹੈ। ਵਿਦਿਆਰਥੀਓ, ਆਓ ਸ਼ੁਕਰਾਣੂ ਬਾਰੇ ਹੋਰ ਜਾਣੀਏ। ਸ਼ੁਕਰਾਣੂ ਭਾਵੇਂ ਬਹੁਤ ਸੂਖਮ ਹੁੰਦੇ ਹਨ, ਪਰ ਹਰ ਸ਼ੁਕਰਾਣੂ ਵਿੱਚ ਇੱਕ ਸਿਰ ਹੁੰਦਾ ਹੈ, ਇੱਕ ਮੱਧ ਭਾਗ ਹੁੰਦਾ ਹੈ, ਇੱਕ ਪੂੰਛ ਹੁੰਦੀ ਹੈ। ਸ਼ੁਕਰਾਣੂ ਵਿੱਚ ਸੈੱਲ ਦੀ ਤਰ੍ਹਾਂ ਸਾਰੇ ਨਿੱਕੜੇ ਅੰਗ ਪਾਏ ਜਾਂਦੇ ਹਨ। ਅੰਡਕੋਸ਼ ਮਾਦਾ ਯੁਗਮਕ ਪੈਦਾ ਕਰਦੇ ਹਨ, ਇਹਨਾਂ ਨੂੰ ਅੰਡਾਣੂ ਕਹਿੰਦੇ ਹਨ। ਸ਼ੁਕਰਾਣੂ ਦੀ ਤਰ੍ਹਾਂ ਅੰਡਾਣੂ ਵੀ ਇੱਕ ਸੈੱਲ ਹੁੰਦਾ ਹੈ। ਵਿਦਿਆਰਥੀਓ, ਇਹ ਮਾਦਾ ਜਣਨ ਅੰਗ ਹੈ। ਇਸ ਵਿੱਚ ਅੰਡਕੋਸ਼ ਅੰਡਾਣੂ ਪੈਦਾ ਕਰਦਾ ਹੈ। ਅੰਡਾਣੂ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਵਿਦਿਆਰਥੀਓ, ਇਹ ਯੁਗਮਕ ਸੰਯੋਜਿਤ ਹੋ ਕੇ ਯੁਗਮਜ ਬਣਾਉਂਦੇ ਹਨ। ਇਹ ਯੁਗਮਜ ਵਿਕਸਿਤ ਹੋ ਕੇ ਨਵਾਂ ਜੀਵ ਬਣਾਉਂਦਾ ਹੈ। ਅੰਡਾਣੂ ਮਾਦਾ ਯੁਗਮਕ ਹੈ ਤੇ ਸ਼ੁਕਰਾਣੂ ਨਰ ਯੁਗਮਕ ਹੈ। ਇਹ ਦੋਨੇ ਯੁਗਮਕ ਸੰਯੋਜਿਤ ਹੋ ਕੇ ਯੁਗਮਜ ਬਣਾਉਂਦੇ ਹਨ। ਇਸ ਯੁਗਮਜ ਤੋਂ ਨਵੇਂ ਜੀਵ ਦਾ ਵਿਕਾਸ ਹੁੰਦਾ ਹੈ। ਯੁਗਮਜ ਭਰੂਣ ਵਿੱਚ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਯੁਗਮਜ ਵਿਭਾਜਿਤ ਹੋ ਕੇ ਸੈੱਲ ਬਣਾਉਂਦੇ ਹਨ ਅਤੇ ਇਹਨਾਂ ਸੈੱਲਾਂ ਤੋਂ ਟਿਸ਼ੂ ਬਣਦੇ ਹਨ। ਟਿਸ਼ੂਆਂ ਤੋਂ ਅੱਗੇ ਅੰਗ ਬਣਦੇ ਹਨ। ਭਰੂਣ ਬੱਚੇਦਾਨੀ ਦੀ ਦੀਵਾਰ ਤੇ ਠਹਿਰ ਜਾਂਦਾ ਹੈ ਅਤੇ ਇਸ ਦਾ ਵਿਕਾਸ ਹੁੰਦਾ ਰਹਿੰਦਾ ਹੈ। ਬੱਚੇਦਾਨੀ ਉਹ ਭਾਗ ਹੁੰਦਾ ਹੈ ਜਿੱਥੇ ਭਰੂਣ ਦਾ ਵਿਕਾਸ ਹੁੰਦਾ ਹੈ। ਭਰੂਣ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਹੁਣ ਅਸੀਂ ਫੀਟਸ ਬਾਰੇ ਜਾਣਦੇ ਹਾਂ। ਭਰੂਣ ਦੀ ਉਹ ਅਵਸਥਾ ਜਿਸ ਵਿੱਚ ਸਾਰੇ ਸਰੀਰਕ ਅੰਗਾਂ ਦੀ ਪਹਿਚਾਣ ਹੋ ਸਕੇ, ਫੀਟਸ ਅਖਵਾਉਂਦਾ ਹੈ। ਜਦ ਫੀਟਸ ਦਾ ਵਿਕਾਸ ਪੂਰਾ ਹੋ ਜਾਂਦਾ ਹੈ ਤਾਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ। ਵਿਦਿਆਰਥੀਓ, ਆਓ ਹੁਣ ਨਿਸ਼ੇਸ਼ਣ ਬਾਰੇ ਜਾਣੀਏ।
ਜਦੋਂ ਸ਼ੁਕਰਾਣੂ ਅੰਡਾਣੂ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇਹਨਾਂ ਵਿੱਚੋਂ ਇੱਕ ਸ਼ੁਕਰਾਣੂ ਅੰਡਾਣੂ ਦਾ ਸੰਯੋਜਿਤ ਹੋਣਾ ਨਿਸ਼ੇਸ਼ਣ ਖਵਾਉਂਦਾ ਹੈ। ਵਿਦਿਆਰਥੀਓ, ਇਹ ਮਾਦੇ ਦਾ ਅੰਡਾਣੂ ਹੈ। ਜਦ ਇਹ ਨਰ ਦੇ ਸ਼ੁਕਰਾਣੂਆਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹਨਾਂ ਸ਼ੁਕਰਾਣੂਆਂ ਵਿੱਚੋਂ ਇੱਕ ਸ਼ੁਕਰਾਣੂ ਅੰਡਾਣੂ ਨਾਲ ਸੰਯੋਜਿਤ ਹੋ ਜਾਂਦਾ ਹੈ। ਇਸ ਕਿਰਿਆ ਨੂੰ ਨਿਸ਼ੇਸ਼ਣ ਕਹਿੰਦੇ ਹਨ। ਵਿਦਿਆਰਥੀਓ, ਅੰਡਾਣੂ ਅਤੇ ਸ਼ੁਕਰਾਣੂ ਸੰਯੋਜਿਤ ਹੋ ਕੇ ਜੁਗਮਸ ਬਣਾਉਂਦੇ ਹਨ। ਵਿਦਿਆਰਥੀਓ, ਕੀ ਤੁਹਾਨੂੰ ਜੁਗਮਕ ਅਤੇ ਜੁਗਮਸ ਨੂੰ ਸਮਝਣ ਵਿੱਚ ਥੋੜ੍ਹੀ ਮੁਸ਼ਕਲ ਆ ਰਹੀ ਹੈ? ਆਓ ਜੁਗਮਕ ਅਤੇ ਜੁਗਮਸ ਦੇ ਅੰਤਰ ਨੂੰ ਜਾਣ ਕੇ ਇਸ ਮੁਸ਼ਕਲ ਨੂੰ ਦੂਰ ਕਰੀਏ। ਵਿਦਿਆਰਥੀਓ, ਜੁਗਮਕ ਨਰ ਅਤੇ ਮਾਦਾ ਬਣਾਉਂਦੇ ਹਨ। ਨਰ ਦੇ ਜੁਗਮਕ ਨੂੰ ਸ਼ੁਕਰਾਣੂ ਕਹਿੰਦੇ ਹਨ ਅਤੇ ਮਾਦਾ ਦੇ ਜੁਗਮਕ ਨੂੰ ਅੰਡਾਣੂ ਕਿਹਾ ਜਾਂਦਾ ਹੈ। ਜੁਗਮਸ ਨਿਸ਼ੇਸ਼ਣ ਸਮੇਂ ਸ਼ੁਕਰਾਣੂ ਅੰਡਾਣੂ ਦਾ ਸੰਯੋਜਿਤ ਹੋ ਕੇ ਇੱਕ ਹੋ ਜਾਂਦੇ ਹਨ। ਨਿਸ਼ੇਸ਼ਣ ਦੇ ਸਿੱਟੇ ਵਜੋਂ ਜੁਗਮਸ ਦਾ ਨਿਰਮਾਣ ਹੁੰਦਾ ਹੈ। ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਜੁਗਮਕ ਅਤੇ ਜੁਗਮਸ ਦੇ ਅੰਤਰ ਨੂੰ ਸਮਝ ਗਏ ਹੋ। ਆਓ ਹੁਣ ਅਸੀਂ ਅੰਦਰੂਨੀ ਨਿਸ਼ੇਸ਼ਣ ਬਾਰੇ ਜਾਣੀਏ। ਅੰਦਰੂਨੀ ਨਿਸ਼ੇਸ਼ਣ ਜੋ ਮਾਦਾ ਦੇ ਸਰੀਰ ਦੇ ਅੰਦਰ ਹੁੰਦਾ ਹੈ ਉਸ ਨੂੰ ਅੰਦਰੂਨੀ ਨਿਸ਼ੇਸ਼ਣ ਕਹਿੰਦੇ ਹਨ। ਉਦਾਹਰਨ ਦੇ ਤੌਰ 'ਤੇ ਮਨੁੱਖ, ਕੁੱਤਾ, ਮੁਰਗੀ ਤੇ ਕਾਂ ਦੇ ਵਿੱਚ ਅੰਦਰੂਨੀ ਨਿਸ਼ੇਸ਼ਣ ਹੁੰਦਾ ਹੈ। ਵਿਦਿਆਰਥੀਓ, ਤੁਸੀਂ ਮਨੁੱਖ ਵਿੱਚ ਪ੍ਰਜਨਨ ਕਿਰਿਆ ਤਾਂ ਪੜ੍ਹ ਹੀ ਲਈ ਹੈ। ਮਨੁੱਖ ਦੇ ਵਿੱਚ ਜੋ ਨਿਸ਼ੇਸ਼ਣ ਹੁੰਦਾ ਹੈ ਉਹ ਅੰਦਰੂਨੀ ਹੁੰਦਾ ਹੈ ਕਿਉਂਕਿ ਇਹ ਮਾਦਾ ਦੇ ਸਰੀਰ ਦੇ ਅੰਦਰ ਹੁੰਦਾ ਹੈ। ਮੁਰਗੀ ਵਿੱਚ ਅੰਦਰੂਨੀ ਨਿਸ਼ੇਸ਼ਣ ਹੁੰਦਾ ਹੈ ਜਿਸ ਦੌਰਾਨ ਇਹ ਆਂਡੇ ਪੈਦਾ ਕਰਦੀ ਹੈ ਤੇ ਆਂਡਿਆਂ ਵਿੱਚੋਂ ਚੂਚੇ ਨਿਕਲਦੇ ਹਨ। ਕੁੱਤੀ ਦੇ ਵਿੱਚ ਵੀ ਅੰਦਰੂਨੀ ਨਿਸ਼ੇਸ਼ਣ ਹੁੰਦਾ ਹੈ ਜਿਸ ਨਾਲ ਇਹ ਬੱਚੇ ਪੈਦਾ ਕਰਦੀ ਹੈ। ਅੰਦਰੂਨੀ ਨਿਸ਼ੇਸ਼ਣ ਜਿਸ ਵਿੱਚ ਨਰ ਅਤੇ ਮਾਦਾ ਜੁਗਮਕ ਦਾ ਸੰਯੋਗ ਮਾਦਾ ਦੇ ਸਰੀਰ ਤੋਂ ਬਾਹਰ ਹੁੰਦਾ ਹੈ ਉਸ ਨੂੰ ਬਾਹਰੀ ਨਿਸ਼ੇਸ਼ਣ ਕਹਿੰਦੇ ਹਨ। ਮੱਛੀ, ਸਟਾਰਫਿਸ਼ ਤੇ ਡੱਡੂ ਦੇ ਵਿੱਚ ਬਾਹਰੀ ਨਿਸ਼ੇਸ਼ਣ ਹੁੰਦਾ ਹੈ। ਵਿਦਿਆਰਥੀਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਬਾਹਰੀ ਨਿਸ਼ੇਸ਼ਣ ਕਿਵੇਂ ਹੁੰਦਾ ਹੋਵੇਗਾ? ਆਓ ਅਸੀਂ ਇਸ ਨਿਸ਼ੇਸ਼ਣ ਬਾਰੇ ਜਾਣੀਏ। ਵਿਦਿਆਰਥੀਓ, ਇਹ ਸਾਡੇ ਕੋਲ ਕੁਝ ਬਾਹਰੀ ਨਿਸ਼ੇਸ਼ਣ ਦੀਆਂ ਉਦਾਹਰਨਾਂ ਹਨ। ਸਭ ਤੋਂ ਪਹਿਲਾਂ ਅਸੀਂ ਮਛਲੀ ਦੇ ਨਿਸ਼ੇਸ਼ਣ ਦੀ ਗੱਲ ਕਰਦੇ ਹਾਂ। ਮਾਦਾ ਮਛਲੀ ਸੈਂਕੜੇ ਹੀ ਆਂਡੇ ਪਾਣੀ ਵਿੱਚ ਦਿੰਦੀ ਹੈ ਜਿਸ ਉੱਤੇ ਨਰ ਮਛਲੀ ਆਪਣੇ ਸ਼ੁਕਰਾਣੂ ਫੈਲਾ ਦਿੰਦੀ ਹੈ। ਇਸ ਤਰ੍ਹਾਂ ਇਹ ਨਿਸ਼ੇਸ਼ਣ ਮਾਦਾ ਦੇ ਸਰੀਰ ਦੇ ਬਾਹਰ ਹੋਇਆ, ਇਸ ਲਈ ਇਸ ਨੂੰ ਬਾਹਰੀ ਨਿਸ਼ੇਸ਼ਣ ਕਹਿੰਦੇ ਹਾਂ। ਡੱਡੂ ਵਿੱਚ ਵੀ ਬਾਹਰੀ ਨਿਸ਼ੇਸ਼ਣ ਇਸੇ ਤਰ੍ਹਾਂ ਹੁੰਦਾ ਹੈ। ਆਓ ਹੁਣ ਡੱਡੂ ਦੇ ਬਾਹਰੀ ਨਿਸ਼ੇਸ਼ਣ ਨੂੰ ਜਾਣੀਏ। ਜਦੋਂ ਨਰ ਅਤੇ ਮਾਦਾ ਡੱਡੂ ਦੋਵੇਂ ਇਕੱਠੇ ਪਾਣੀ ਵਿੱਚ ਜਾਂਦੇ ਹਨ ਤਾਂ ਮਾਦਾ ਡੱਡੂ ਸੈਂਕੜੇ ਆਂਡੇ ਪਾਣੀ ਵਿੱਚ ਛੱਡ ਦਿੰਦੀ ਹੈ। ਜੈਲੀ ਦੀ ਇੱਕ ਪਰਤ ਆਂਡਿਆਂ ਨੂੰ ਇੱਕ ਦੂਜੇ ਨਾਲ ਜੋੜੀ ਰੱਖਦੀ ਹੈ ਅਤੇ ਉਹਨਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਮਾਦਾ ਡੱਡੂ ਜਿਵੇਂ ਹੀ ਆਂਡੇ ਦਿੰਦੀ ਹੈ, ਨਰ ਡੱਡੂ ਉਸ ਉੱਤੇ ਸ਼ੁਕਰਾਣੂ ਛੱਡ ਦਿੰਦੇ ਹਨ। ਹਰੇਕ ਸ਼ੁਕਰਾਣੂ ਆਪਣੀ ਲੰਬੀ ਪੂੰਛ ਦੀ ਸਹਾਇਤਾ ਨਾਲ ਪਾਣੀ ਵਿੱਚ ਇੱਧਰ ਉੱਧਰ ਤੈਰਦੇ ਰਹਿੰਦੇ ਹਨ। ਸ਼ੁਕਰਾਣੂ ਜਿਵੇਂ ਅੰਡਾਣੂ ਦੇ ਸੰਪਰਕ ਦੇ ਵਿੱਚ ਆਉਂਦੇ ਹਨ ਅਤੇ ਫਲਸਰੂਪ ਨਿਸ਼ੇਸ਼ਣ ਕਿਰਿਆ ਹੋ ਜਾਂਦੀ ਹੈ। ਇਸ ਤਰ੍ਹਾਂ ਡੱਡੂ ਦੇ ਵਿੱਚ ਬਾਹਰੀ ਨਿਸ਼ੇਸ਼ਣ ਹੁੰਦਾ ਹੈ। ਵਿਦਿਆਰਥੀਓ, ਕੀ ਤੁਸੀਂ ਦੱਸ ਸਕਦੇ ਹੋ ਮੁਰਗੀ ਵਿੱਚ ਕਿਹੜਾ ਨਿਸ਼ੇਸ਼ਣ ਹੁੰਦਾ ਹੈ? ਮੁਰਗੀ ਬੱਚਿਆਂ ਨੂੰ ਜਨਮ ਨਹੀਂ ਦਿੰਦੀ, ਫਿਰ ਚੂਚੇ ਕਿਵੇਂ ਜਨਮ ਲੈਂਦੇ ਹਨ? ਵਿਦਿਆਰਥੀਓ, ਮੁਰਗੀ ਵਿੱਚ ਅੰਦਰੂਨੀ ਨਿਸ਼ੇਸ਼ਣ ਹੁੰਦਾ ਹੈ, ਪਰ ਤੁਸੀਂ ਸੋਚਦੇ ਹੋਵੋਗੇ ਕਿ ਮੁਰਗੀ ਤਾਂ ਡੱਡੂਆਂ ਦੀ ਤਰ੍ਹਾਂ ਆਂਡੇ ਬਾਹਰ ਦਿੰਦੀ ਹੈ, ਫਿਰ ਇਹ ਅੰਦਰੂਨੀ ਨਿਸ਼ੇਸ਼ਣ ਕਿਵੇਂ ਹੋਇਆ? ਆਓ ਵਿਦਿਆਰਥੀਓ, ਹੁਣ ਅਸੀਂ ਮੁਰਗੀ ਦੇ ਅੰਦਰੂਨੀ ਨਿਸ਼ੇਸ਼ਣ ਨੂੰ ਜਾਣੀਏ। ਵਿਦਿਆਰਥੀਓ, ਮੁਰਗੀ ਵਿੱਚ ਵੀ ਮਨੁੱਖ ਦੀ ਤਰ੍ਹਾਂ ਅੰਦਰੂਨੀ ਨਿਸ਼ੇਸ਼ਣ ਹੁੰਦਾ ਹੈ। ਮੁਰਗੀ ਦੇ ਅੰਦਰ ਨਿਸ਼ੇਸ਼ਣ ਤੋਂ ਤੁਰੰਤ ਬਾਅਦ ਹੀ ਜੁਗਮਸ ਲਗਾਤਾਰ ਵਿਭਾਜਿਤ ਹੁੰਦਾ ਰਹਿੰਦਾ ਹੈ ਅਤੇ ਅੰਡ ਨਿਕਾਸ ਵਹਿਣੀ ਵਿੱਚ ਹੇਠਾਂ ਵੱਲ ਵੱਧਦਾ ਰਹਿੰਦਾ ਹੈ। ਜਿਵੇਂ ਹੀ ਆਂਡਾ ਹੇਠਾਂ ਵੱਲ ਆਉਂਦਾ ਹੈ, ਇਸ 'ਤੇ ਇੱਕ ਸੁਰੱਖਿਅਤ ਪਰਤ ਜਿਸ ਨੂੰ ਕਠੋਰ ਕਵਚ ਵੀ ਕਹਿੰਦੇ ਹਨ, ਚੜ੍ਹਦੀ ਰਹਿੰਦੀ ਹੈ। ਕਠੋਰ ਕਵਚ ਦੇ ਪੂਰੀ ਤਰ੍ਹਾਂ ਬਣ ਜਾਣ ਤੋਂ ਬਾਅਦ ਮੁਰਗੀ ਆਂਡੇ ਦਾ ਵਿਸਰਜਨ ਕਰਦੀ ਹੈ। ਵਿਦਿਆਰਥੀਓ,
ਹੁਣ ਤੁਸੀਂ ਜਾਣ ਚੁੱਕੇ ਹੋ ਕਿ ਮੁਰਗੀ ਦੇ ਅੰਦਰ ਨਿਸ਼ੇਸ਼ਣ ਕਿੱਦਾਂ ਹੁੰਦਾ ਹੈ ਤੇ ਕਿਸ ਤਰ੍ਹਾਂ ਮੁਰਗੀ ਆਂਡੇ ਦਾ ਵਿਸਰਜਨ ਕਰਦੀ ਹੈ। ਹੁਣ ਅਸੀਂ ਜਾਣਦੇ ਹਾਂ ਕਿ ਆਂਡੇ ਤੋਂ ਚੂਚਾ ਕਿਵੇਂ ਬਣਦਾ ਹੈ। ਵਿਦਿਆਰਥੀਓ, 3 ਹਫ਼ਤੇ ਦੇ ਸਮੇਂ ਲਈ ਮੁਰਗੀ ਆਂਡਿਆਂ ਉੱਤੇ ਬੈਠਦੀ ਹੈ ਤਾਂ ਕਿ ਇਹਨਾਂ ਆਂਡਿਆਂ ਨੂੰ ਉਚਿਤ ਤਾਪ ਮਿਲ ਸਕੇ। ਆਂਡੇ ਤੋਂ ਚੂਚੇ ਦਾ ਵਿਕਾਸ ਇਸ ਅਵਧੀ ਦੌਰਾਨ ਹੀ ਹੁੰਦਾ ਹੈ। ਚੂਚੇ ਦੇ ਪੂਰਨ ਰੂਪ ਵਿੱਚ ਵਿਕਸਿਤ ਹੋਣ ਤੋਂ ਬਾਅਦ ਕਵਚ ਟੁੱਟ ਜਾਂਦਾ ਹੈ ਅਤੇ ਚੂਚਾ ਆਂਡੇ ਵਿੱਚੋਂ ਬਾਹਰ ਨਿਕਲ ਆਉਂਦਾ ਹੈ। ਵਿਦਿਆਰਥੀਓ, ਹੁਣ ਅਸੀਂ ਚੰਗੀ ਤਰ੍ਹਾਂ ਜਾਣ ਚੁੱਕੇ ਹਾਂ ਕਿ ਮੁਰਗੀ ਵਿੱਚ ਅੰਦਰੂਨੀ ਨਿਸ਼ੇਸ਼ਣ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਮੁਰਗੀ ਆਂਡਾ ਪੈਦਾ ਕਰਦੀ ਹੈ ਤੇ ਆਂਡੇ ਤੋਂ ਚੂਚਾ ਨਿਕਲਦਾ ਹੈ। ਵਿਦਿਆਰਥੀਓ, ਕੀ ਤੁਸੀਂ ਟੈਸਟ ਟਿਊਬ ਬੇਬੀ ਬਾਰੇ ਸੁਣਿਆ ਹੈ? ਆਓ ਟੈਸਟ ਟਿਊਬ ਬੇਬੀ ਬਾਰੇ ਜਾਣਕਾਰੀ ਪ੍ਰਾਪਤ ਕਰੀਏ। ਅਜਿਹੀਆਂ ਇਸਤਰੀਆਂ ਜੋ ਬੱਚਾ ਪੈਦਾ ਕਰਨ ਦੇ ਅਸਮਰੱਥ ਹੁੰਦੀਆਂ ਹਨ, ਉਹਨਾਂ ਵਿੱਚ ਇਸ ਤਕਨੀਕ ਨਾਲ ਬੱਚਾ ਪੈਦਾ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਤਾਜ਼ਾ ਅੰਡਾਣੂ ਅਤੇ ਸ਼ੁਕਰਾਣੂ ਲੈ ਕੇ ਉਚਿਤ ਮਾਧਿਅਮ ਵਿੱਚ ਕੁਝ ਘੰਟਿਆਂ ਲਈ ਇਕੱਠੇ ਰੱਖਦੇ ਹਨ, ਜਿਸ ਨਾਲ IVF ਭਾਵ ਇਨ ਵਿਟਰੋ ਨਿਸ਼ੇਸ਼ਣ ਸਰੀਰ ਦੇ ਬਾਹਰ ਬਨਾਵਟੀ ਨਿਸ਼ੇਸ਼ਣ ਹੋ ਸਕੇ। ਜੇਕਰ ਨਿਸ਼ੇਸ਼ਣ ਹੋ ਜਾਂਦਾ ਹੈ ਤਾਂ ਜੁਗਮਜ ਨੂੰ ਲਗਭਗ 1 ਹਫ਼ਤੇ ਲਈ ਵਿਕਸਿਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਸ ਨੂੰ ਮਾਂ ਦੀ ਬੱਚੇਦਾਨੀ ਵਿੱਚ ਸਥਾਪਿਤ ਕੀਤਾ ਜਾਂਦਾ ਹੈ। ਇਹ ਮਾਂ ਦੀ ਬੱਚੇਦਾਨੀ ਵਿੱਚ ਪੂਰਨ ਵਿਕਸਿਤ ਹੁੰਦਾ ਹੈ। ਵਿਦਿਆਰਥੀਓ, ਤੁਸੀਂ ਟੈਸਟ ਟਿਊਬ ਬੇਬੀ ਬਾਰੇ ਜਾਣ ਚੁੱਕੇ ਹੋ ਤੇ ਤੁਸੀਂ ਇਹ ਵੀ ਜਾਣ ਚੁੱਕੇ ਹੋ ਕਿ ਟੈਸਟ ਟਿਊਬ ਬੇਬੀ IVF ਭਾਵ ਇਨ ਵਿਟਰੋ ਨਿਸ਼ੇਸ਼ਣ ਨਾਲ ਹੁੰਦਾ ਹੈ, ਜੋ ਕਿ ਸਰੀਰ ਦੇ ਬਾਹਰ ਬਨਾਵਟੀ ਨਿਸ਼ੇਸ਼ਣ ਹੈ। ਵਿਦਿਆਰਥੀਓ, ਹੁਣ ਅਸੀਂ ਬੱਚੇ ਤੋਂ ਪਰੋੜ ਬਣਨ ਦੀਆਂ ਅਵਸਥਾਵਾਂ ਬਾਰੇ ਪੜ੍ਹਾਂਗੇ। ਵਿਦਿਆਰਥੀਓ, ਨਵਜੰਮੇ ਜੰਤੂ ਜਾਂ ਆਂਡੇ ਵਿੱਚੋਂ ਨਿਕਲੇ ਜੰਤੂ ਉਦੋਂ ਤੱਕ ਵੱਧਦੇ ਰਹਿੰਦੇ ਹਨ ਜਦੋਂ ਤੱਕ ਉਹ ਪਰੋੜ ਨਹੀਂ ਹੋ ਜਾਂਦੇ। ਵਿਦਿਆਰਥੀਓ, ਆਓ ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਤੋਂ ਇਸ ਨੂੰ ਸਮਝੀਏ। ਵਿਦਿਆਰਥੀਓ, ਰੇਸ਼ਮ ਦਾ ਕੀੜਾ ਸ਼ਹਿਤੂਤ ਦੇ ਪੱਤਿਆਂ ਉੱਤੇ ਆਂਡੇ ਦਿੰਦਾ ਹੈ। ਇਹਨਾਂ ਆਂਡਿਆਂ ਵਿੱਚੋਂ ਲਾਰਵਾ ਨਿਕਲਦਾ ਹੈ। ਲਾਰਵੇ ਤੋਂ ਕਕੂਨ ਬਣਦਾ ਹੈ। ਕਕੂਨ ਵਿੱਚੋਂ ਰੇਸ਼ਮ ਦਾ ਕੀੜਾ ਨਿਕਲਦਾ ਹੈ। ਪਰੋੜ ਰੇਸ਼ਮ ਦਾ ਕੀੜਾ ਆਂਡੇ ਦੇਣ ਦੇ ਸਮਰੱਥ ਹੋ ਜਾਂਦਾ ਹੈ। ਆਓ ਹੁਣ ਅਸੀਂ ਡੱਡੂ ਦੇ ਜੀਵਨ ਚੱਕਰ ਬਾਰੇ ਪੜ੍ਹਦੇ ਹਾਂ। ਵਿਦਿਆਰਥੀਓ, ਡੱਡੂ ਦੇ ਜੀਵਨ ਚੱਕਰ ਦੀ ਸ਼ੁਰੂਆਤ ਆਂਡਿਆਂ ਤੋਂ ਹੁੰਦੀ ਹੈ। ਆਂਡਿਆਂ ਵਿੱਚੋਂ ਟੈਡਪੋਲ ਨਿਕਲਦਾ ਹੈ। ਇਸ ਨੂੰ ਆਰੰਭਿਕ ਟੈਡਪੋਲ ਵੀ ਕਹਿੰਦੇ ਹਾਂ। ਆਰੰਭਿਕ ਟੈਡਪੋਲ ਦੇ ਸਿਰਫ ਪਿਛਲੇ ਪੈਰ ਹੀ ਵਿਕਸਿਤ ਹੋਏ ਹੁੰਦੇ ਹਨ। ਇਸ ਤੋਂ ਬਾਅਦ ਅਗਲੀ ਅਵਸਥਾ ਵਿੱਚ ਇਸ ਦੇ ਅਗਲੇ ਪੈਰ ਵੀ ਵਿਕਸਿਤ ਹੋ ਜਾਂਦੇ ਹਨ, ਜਿਸ ਨੂੰ ਬਾਅਦ ਦਾ ਟੈਡਪੋਲ ਕਹਿੰਦੇ ਹਨ। ਇਸ ਅਵਸਥਾ ਤੋਂ ਬਾਅਦ ਪਰੋੜ ਡੱਡੂ ਬਣ ਜਾਂਦਾ ਹੈ। ਇਹ ਪਰੋੜ ਡੱਡੂ ਆਂਡੇ ਦੇਣ ਦੇ ਸਮਰੱਥ ਹੁੰਦਾ ਹੈ। ਵਿਦਿਆਰਥੀਓ, ਇਹ ਡੱਡੂ ਦਾ ਜੀਵਨ ਚੱਕਰ ਸੀ। ਡੱਡੂ ਦੇ ਜੀਵਨ ਚੱਕਰ ਵਿੱਚ 3 ਸਪਸ਼ਟ ਅਵਸਥਾਵਾਂ ਜਾਂ ਪੜਾਅ ਹੁੰਦੇ ਹਨ। ਆਂਡੇ ਤੋਂ ਟੈਡਪੋਲ ਬਣਦਾ ਹੈ, ਜਿਸ ਨੂੰ ਲਾਰਵਾ ਵੀ ਕਹਿੰਦੇ ਹਨ। ਟੈਡਪੋਲ ਤੋਂ ਪਰੋੜ ਡੱਡੂ ਬਣ ਜਾਂਦਾ ਹੈ। ਇਹ ਪਰੋੜ ਡੱਡੂ ਆਂਡੇ ਦੇਣ ਲਈ ਸਮਰੱਥ ਹੁੰਦਾ ਹੈ। ਵਿਦਿਆਰਥੀਓ, ਹੁਣ ਕਾਇਆ ਪਰਿਵਰਤਨ ਬਾਰੇ ਜਾਣਦੇ ਹਾਂ। ਕੁਝ ਵਿਸ਼ੇਸ਼ ਪਰਿਵਰਤਨਾਂ ਤੋਂ ਬਾਅਦ ਟੈਡਪੋਲ ਦਾ ਪਰੋੜ ਵਿੱਚ ਰੂਪਾਂਤਰਣ ਹੋਣਾ ਕਾਇਆ ਪਰਿਵਰਤਨ ਅਖਵਾਉਂਦਾ ਹੈ। ਵਿਦਿਆਰਥੀਓ, ਡੱਡੂ ਦੇ ਜੀਵਨ ਚੱਕਰ ਤੋਂ ਪਤਾ ਚੱਲਦਾ ਹੈ ਕਿ ਇਸ ਦੇ ਆਰੰਭਿਕ ਟੈਡਪੋਲ ਦੀ ਸ਼ਕਲ ਮਛਲੀ ਨਾਲ ਮਿਲਦੀ ਹੈ। ਬਾਅਦ ਵਾਲੇ ਟੈਡਪੋਲ ਦੇ ਪੈਰ ਨਿਕਲ ਆਉਂਦੇ ਹਨ। ਇਸ ਤੋਂ ਬਾਅਦ ਇਹ ਪਰੋੜ ਡੱਡੂ ਬਣ ਜਾਂਦਾ ਹੈ। ਵਿਦਿਆਰਥੀਓ, ਟੈਡਪੋਲ ਵਿਸ਼ੇਸ਼ ਪਰਿਵਰਤਨਾਂ ਤੋਂ ਬਾਅਦ ਪਰੋੜ ਡੱਡੂ ਵਿੱਚ ਬਦਲ ਜਾਂਦਾ ਹੈ। ਇਸ ਨੂੰ ਕਾਇਆ ਪਰਿਵਰਤਨ ਕਹਿੰਦੇ ਹਨ। ਵਿਦਿਆਰਥੀਓ, ਟੈਡਪੋਲ ਰੂਪਾਂਤਰਿਤ ਹੋ ਕੇ ਪਰੋੜ ਵਿੱਚ ਬਦਲ ਜਾਂਦਾ ਹੈ ਅਤੇ ਛਲਾਂਗ ਲਗਾ ਸਕਦਾ ਹੈ ਤੇ ਤੈਰ ਸਕਦਾ ਹੈ। ਵਿਦਿਆਰਥੀਓ, ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਮਨੁੱਖ ਵਿੱਚ ਜਨਮ ਸਮੇਂ ਨਵਜੰਮੇ ਬੱਚੇ ਵਿੱਚ ਪਰੋੜ ਦੇ ਸਮਾਨ ਸਰੀਰਕ ਅੰਗ ਮੌਜੂਦ ਹੁੰਦੇ ਹਨ। ਵਿਦਿਆਰਥੀਓ, ਆਓ ਬੱਚੇ ਦੇਣ ਵਾਲੇ ਤੇ ਆਂਡੇ ਦੇਣ ਵਾਲੇ ਜੰਤੂਆਂ ਬਾਰੇ ਪੜ੍ਹੀਏ। ਬੱਚੇ ਦੇਣ ਵਾਲੇ ਜੰਤੂ ਉਹ ਜੰਤੂ ਜੋ ਸਿੱਧੇ ਹੀ ਬੱਚਿਆਂ ਨੂੰ ਜਨਮ ਦਿੰਦੇ ਹਨ, ਉਹਨਾਂ ਨੂੰ ਬੱਚੇ ਦੇਣ ਵਾਲੇ ਜੰਤੂ ਕਹਿੰਦੇ ਹਨ। ਉਦਾਹਰਨ ਦੇ ਤੌਰ 'ਤੇ ਮਨੁੱਖ, ਗਾਂ, ਕੁੱਤਾ ਤੇ ਡਾਲਫਿਨ।
ਵਿਦਿਆਰਥੀਓ, ਆਂਡੇ ਦੇਣ ਵਾਲੇ ਜੰਤੂ ਉਹ ਜੰਤੂ ਹੁੰਦੇ ਹਨ ਜੋ ਆਂਡੇ ਦਿੰਦੇ ਹਨ, ਜਿਵੇਂ ਕਿ ਡੱਡੂ, ਛਿਪਕਲੀ ਤੇ ਮੁਰਗੀ। ਵਿਦਿਆਰਥੀਓ, ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਮਛਲੀਆਂ ਆਂਡੇ ਦਿੰਦੀਆਂ ਹਨ, ਪਰ ਡਾਲਫਿਨ ਬੱਚਾ ਪੈਦਾ ਕਰਦੀ ਹੈ। ਵਿਦਿਆਰਥੀਓ, ਬੱਚੇ ਦੇਣ ਵਾਲੇ ਜੰਤੂਆਂ ਦੇ ਵਿੱਚ ਮਨੁੱਖ, ਕੁੱਤਾ ਤੇ ਕਾਂ ਆਉਂਦੀ ਹੈ। ਇਸੇ ਤਰ੍ਹਾਂ ਆਂਡੇ ਦੇਣ ਵਾਲੇ ਜੰਤੂਆਂ ਵਿੱਚ ਮੁਰਗੀ, ਮਗਰਮੱਛ ਤੇ ਸ਼ਤਰਮੁਰਗ ਆਉਂਦਾ ਹੈ। ਤੁਹਾਨੂੰ ਪਤਾ ਹੀ ਹੋਵੇਗਾ ਕਿ ਸ਼ਤਰਮੁਰਗ ਦਾ ਅੰਡਾ ਸਭ ਤੋਂ ਬੜਾ ਹੁੰਦਾ ਹੈ। ਵਿਦਿਆਰਥੀਓ, ਅਸੀਂ ਬੱਚੇ ਦੇਣ ਵਾਲੇ ਤੇ ਆਂਡੇ ਦੇਣ ਵਾਲੇ ਜੰਤੂਆਂ ਬਾਰੇ ਤਾਂ ਚੰਗੀ ਤਰ੍ਹਾਂ ਜਾਣ ਗਏ ਹਾਂ। ਵਿਦਿਆਰਥੀਓ, ਇਸ ਅਧਿਆਏ ਵਿੱਚ ਅਸੀਂ ਸਿੱਖਿਆ ਹੈ ਕਿ ਲਿੰਗੀ ਪ੍ਰਜਨਨ ਕਿਸ ਤਰ੍ਹਾਂ ਹੁੰਦਾ ਹੈ ਤੇ ਕਿਹੜੇ ਜੰਤੂਆਂ ਵਿੱਚ ਲਿੰਗੀ ਪ੍ਰਜਨਨ ਹੁੰਦਾ ਹੈ। ਵਿਦਿਆਰਥੀਓ, ਹੁਣ ਅਸੀਂ ਜੋ ਸਿੱਖਿਆ ਹੈ ਉਸ ਦੀ ਕੁਝ ਕੁਐਸਚਨਾਂ ਨਾਲ ਰਿਵੀਜ਼ਨ ਕਰ ਲੈਂਦੇ ਹਾਂ। ਵਿਦਿਆਰਥੀਓ, ਕੁਐਸਚਨ ਨੰਬਰ 1, ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਮਾਦਾ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਨਹੀਂ ਹੈ? ਊੜਾ ਅੰਡਕੋਸ਼, ਐੜਾ ਅੰਡ ਨਿਕਾਸ ਵਹਿਣੀ, ਈੜੀ ਬੱਚੇਦਾਨੀ, ਸੱਸਾ ਪਤਾਲੂ। ਵਿਦਿਆਰਥੀਓ, ਪਤਾਲੂ ਇਸ ਦਾ ਉੱਤਰ ਹੈ। ਦੂਸਰਾ ਕੁਐਸਚਨ ਹੈ, ਫੀਟਸ ਕੀ ਹੁੰਦਾ ਹੈ? ਊੜਾ ਵਿਕਸਿਤ ਭਰੂਣ, ਐੜਾ ਮਾਦਾ ਜੁਗਮਕ, ਈੜੀ ਨਰ ਜੁਗਮਕ, ਸੱਸਾ ਅੰਡਾਣੂ। ਵਿਦਿਆਰਥੀਓ, ਵਿਕਸਿਤ ਭਰੂਣ ਇਸ ਦਾ ਉੱਤਰ ਹੈ। ਕੁਐਸਚਨ ਨੰਬਰ 3, ਟੈਡਪੋਲ ਜਾਂ ਲਾਰਵਾ ਕਿਸ ਦੀ ਵਿਕਸਿਤ ਅਵਸਥਾ ਹੈ? ਊੜਾ ਕੁੱਤਾ, ਐੜਾ ਬਿੱਲੀ, ਈੜੀ ਡੱਡੂ, ਸੱਸਾ ਮਨੁੱਖ। ਡੱਡੂ ਇਸ ਦਾ ਉੱਤਰ ਹੈ। ਕੁਐਸਚਨ ਨੰਬਰ 4, ਨਿਸ਼ੇਸ਼ਣ ਦੇ ਸਿੱਟੇ ਵਜੋਂ ਕਿਸ ਦਾ ਨਿਰਮਾਣ ਹੁੰਦਾ ਹੈ? ਊੜਾ ਜੁਗਮਕ, ਐੜਾ ਜੁਗਮਸ, ਈੜੀ ਭਰੂਣ, ਸੱਸਾ ਕੋਈ ਨਹੀਂ। ਵਿਦਿਆਰਥੀਓ, ਨਿਸ਼ੇਸ਼ਣ ਦੇ ਸਿੱਟੇ ਵਜੋਂ ਜੁਗਮਸ ਦਾ ਨਿਰਮਾਣ ਹੁੰਦਾ ਹੈ। ਕੁਐਸਚਨ ਨੰਬਰ 5, ਸ਼ੁਕਰਾਣੂ ਦੇ ਕਿੰਨੇ ਭਾਗ ਹੁੰਦੇ ਹਨ? ਊੜਾ 1, ਐੜਾ 2, ਈੜੀ 3, ਸੱਸਾ 4। ਵਿਦਿਆਰਥੀਓ, ਸ਼ੁਕਰਾਣੂ ਦੇ 3 ਭਾਗ ਹੁੰਦੇ ਹਨ। ਕੁਐਸਚਨ ਨੰਬਰ 6, ਭਰੂਣ ਦਾ ਨਿਰਮਾਣ ਡੈਸ਼ ਵਿੱਚ ਹੁੰਦਾ ਹੈ? ਊੜਾ ਪਤਾਲੂ, ਐੜਾ ਨਰ ਇੰਦਰੀ, ਈੜੀ ਅੰਡਕੋਸ਼, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਵਿਦਿਆਰਥੀਓ, ਸੱਸਾ ਇਸ ਦਾ ਉੱਤਰ ਹੈ, ਕਿਉਂਕਿ ਭਰੂਣ ਦਾ ਨਿਰਮਾਣ ਬੱਚੇਦਾਨੀ ਵਿੱਚ ਹੁੰਦਾ ਹੈ। ਕੁਐਸਚਨ ਨੰਬਰ 7, ਮਨੁੱਖ ਵਿੱਚ ਨਿਸ਼ੇਸ਼ਣ ਤੋਂ ਬਾਅਦ ਬੱਚੇਦਾਨੀ ਦੀ ਦੀਵਾਰ ਉੱਪਰ ਰਹਿਣ ਵਾਲੀ ਰਚਨਾ ਨੂੰ ਖਾਲੀ ਥਾਂ ਆਖਦੇ ਹਨ। ਊੜਾ ਜੁਗਮਸ, ਐੜਾ ਅੰਡਾਣੂ, ਈੜੀ ਫੀਸਟ, ਸੱਸਾ ਭਰੂਣ। ਵਿਦਿਆਰਥੀਓ, ਇਸ ਦਾ ਉੱਤਰ ਭਰੂਣ ਹੈ। ਕੁਐਸਚਨ ਨੰਬਰ 8, ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਬੱਚੇ ਨੂੰ ਜਨਮ ਦਿੰਦਾ ਹੈ? ਊੜਾ ਸਾਮਨ ਮੱਛੀ, ਐੜਾ ਸਲਮੈਂਡਰ, ਈੜੀ ਕੋਬਰਾ ਸਾਪ, ਸੱਸਾ ਡਾਲਫਿਨ। ਵਿਦਿਆਰਥੀਓ, ਡਾਲਫਿਨ ਅਜਿਹਾ ਜੀਵ ਹੈ ਜੋ ਬੱਚੇ ਨੂੰ ਜਨਮ ਦਿੰਦਾ ਹੈ। ਕੁਐਸਚਨ ਨੰਬਰ 9, ਹੇਠ ਲਿਖਿਆਂ ਵਿੱਚੋਂ ਕਿਹੜੇ ਜੰਤੂ ਹਨ ਜੋ ਸਿੱਧੇ ਬੱਚਿਆਂ ਨੂੰ ਜਨਮ ਦਿੰਦੇ ਹਨ? ਊੜਾ ਬੱਚੇ ਦੇਣ ਵਾਲੇ ਜੰਤੂ, ਐੜਾ ਅੰਡੇ ਦੇਣ ਵਾਲੇ ਜੰਤੂ, ਈੜੀ ਦੋਵੇਂ। ਊੜਾ ਤੇ ਐੜਾ, ਸੱਸਾ ਉਪਰੋਕਤ ਕੋਈ ਨਹੀਂ। ਵਿਦਿਆਰਥੀਓ, ਇਸ ਦਾ ਉੱਤਰ ਊੜਾ ਹੈ, ਬੱਚੇ ਦੇਣ ਵਾਲੇ ਜੰਤੂ। ਕੁਐਸਚਨ ਨੰਬਰ 10, ਕੁਝ ਵਿਸ਼ੇਸ਼ ਪਰਿਵਰਤਨਾਂ ਤੋਂ ਬਾਅਦ ਟੈਡਪੋਲ ਦਾ ਪਰੋੜ ਵਿੱਚ ਰੂਪਾਂਤਰਨ ਹੋਣਾ ਡੈਸ਼ ਅਖਵਾਉਂਦਾ ਹੈ? ਊੜਾ ਅਲਿੰਗੀ ਪ੍ਰਜਨਨ, ਐੜਾ ਲਿੰਗੀ ਪ੍ਰਜਨਨ, ਈੜੀ ਕਾਇਆ ਪਰਿਵਰਤਨ, ਸੱਸਾ ਵਿਕਾਸ। ਵਿਦਿਆਰਥੀਓ, ਇਸ ਦਾ ਉੱਤਰ ਈੜੀ ਹੈ। ਟੈਡਪੋਲ ਵਿਸ਼ੇਸ਼ ਪਰਿਵਰਤਨਾਂ ਤੋਂ ਬਾਅਦ ਪਰੋੜ ਵਿੱਚ ਬਦਲ ਜਾਂਦਾ ਹੈ, ਇਸ ਨੂੰ ਕਾਇਆ ਪਰਿਵਰਤਨ ਕਹਿੰਦੇ ਹਨ। ਕੁਐਸਚਨ ਨੰਬਰ 11, ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖੀ ਪ੍ਰਜਨਨ ਸੰਬੰਧੀ ਘਟਨਾਵਾਂ ਦਾ ਸਹੀ ਕ੍ਰਮ ਹੈ? ਵਿਦਿਆਰਥੀਓ, ਤੁਸੀਂ ਮਨੁੱਖੀ ਪ੍ਰਜਨਨ ਬਾਰੇ ਪੜ੍ਹ ਚੁੱਕੇ ਹੋ। ਵਿਦਿਆਰਥੀਓ, ਮਨੁੱਖੀ ਪ੍ਰਜਨਨ ਵਿੱਚ ਸਭ ਤੋਂ ਪਹਿਲਾਂ ਜੁਗਮਕ ਬਣਦਾ ਹੈ। ਜੁਗਮਕ ਬਣਨ ਤੋਂ ਬਾਅਦ ਨਿਸ਼ੇਸ਼ਣ ਕਿਰਿਆ ਹੁੰਦੀ ਹੈ, ਜਿਸ ਦੌਰਾਨ ਜੁਗਮਸ ਬਣਦਾ ਹੈ। ਜੁਗਮਸ ਤੋਂ ਭਰੂਣ ਬਣਦਾ ਹੈ, ਇਸ ਲਈ ਇਸ ਦਾ ਉੱਤਰ ਸੀ ਹੈ। ਕੁਐਸਚਨ ਨੰਬਰ 12, IVF ਦਾ ਪੂਰਾ ਨਾਂ ਕੀ ਹੈ? ਵਿਦਿਆਰਥੀਓ, IVF ਦਾ ਪੂਰਾ ਨਾਂ ਇਨ ਵਿਟਰੋ ਨਿਸ਼ੇਸ਼ਣ ਹੈ। ਵਿਦਿਆਰਥੀਓ, ਇਨ ਵਿਟਰੋ ਨਿਸ਼ੇਸ਼ਣ ਬਾਹਰੀ ਬਨਾਵਟੀ ਨਿਸ਼ੇਸ਼ਣ ਹੁੰਦਾ ਹੈ। ਕੁਐਸਚਨ ਨੰਬਰ 13,
ਨਰ ਦੇ ਜੁਗਮਕ ਨੂੰ ਕੀ ਕਹਿੰਦੇ ਹਨ? ਵਿਦਿਆਰਥੀਓ, ਨਰ ਦੇ ਜੁਗਮਕ ਨੂੰ ਸ਼ੁਕਰਾਣੂ ਕਹਿੰਦੇ ਹਨ। ਕੁਐਸਚਨ ਨੰਬਰ 14, ਮਾਦਾ ਦੇ ਜੁਗਮਕ ਨੂੰ ਕੀ ਕਹਿੰਦੇ ਹਨ? ਮਾਦਾ ਦੇ ਜੁਗਮਕ ਨੂੰ ਅੰਡਾਣੂ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 15, ਡੈਸ਼ ਮਾਦਾ ਜੁਗਮਕ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਅੰਡਾਣੂ ਕਹਿੰਦੇ ਹਨ। ਵਿਦਿਆਰਥੀਓ, ਅੰਡਕੋਸ਼ ਮਾਦਾ ਜੁਗਮਕ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਅੰਡਾਣੂ ਕਹਿੰਦੇ ਹਨ। ਕੁਐਸਚਨ ਨੰਬਰ 16, ਨਰ ਅਤੇ ਮਾਦਾ ਦੇ ਜੁਗਮਕ ਸੰਯੋਜਿਤ ਹੋ ਕੇ ਡੈਸ਼ ਬਣਾਉਂਦੇ ਹਨ। ਵਿਦਿਆਰਥੀਓ, ਨਰ ਅਤੇ ਮਾਦਾ ਦੇ ਜੁਗਮਕ ਸੰਯੋਜਿਤ ਹੋ ਕੇ ਜੁਗਮਸ ਬਣਾਉਂਦੇ ਹਨ। ਕੁਐਸਚਨ ਨੰਬਰ 17, ਦਿੱਤੇ ਹੋਏ ਚਿੱਤਰ ਵਿੱਚ ਭਾਗ A ਅਤੇ B ਦੇ ਸਹੀ ਨਾਮ ਕੀ ਹਨ? ਵਿਦਿਆਰਥੀਓ, ਤੁਹਾਨੂੰ ਮਾਦਾ ਜਨਨ ਅੰਗ ਦਿੱਤਾ ਹੋਇਆ ਹੈ। ਤੁਸੀਂ ਇਸ ਵਿੱਚ ਭਾਗ A ਤੇ ਭਾਗ B ਦੇ ਨਾਮ ਲਿਖਣੇ ਹਨ। ਵਿਦਿਆਰਥੀਓ, ਭਾਗ A ਨੂੰ ਅੰਡਕੋਸ਼ ਕਹਿੰਦੇ ਹਨ ਤੇ ਭਾਗ B ਬੱਚੇਦਾਨੀ ਹੈ। ਵਿਦਿਆਰਥੀਓ, ਅੰਡਕੋਸ਼ ਵਿੱਚ ਅੰਡਾਣੂ ਬਣਦਾ ਹੈ ਅਤੇ ਬੱਚੇਦਾਨੀ ਵਿੱਚ ਭਰੂਣ ਦਾ ਵਿਕਾਸ ਹੁੰਦਾ ਹੈ। ਕੁਐਸਚਨ ਨੰਬਰ 18, ਦਿੱਤੇ ਗਏ ਚਿੱਤਰ ਵਿੱਚ A, V ਅਤੇ C ਦੇ ਸਹੀ ਨਾਮ ਲਿਖੋ। ਵਿਦਿਆਰਥੀਓ, ਸ਼ੁਕਰਾਣੂ ਦਾ ਚਿੱਤਰ ਦਿੱਤਾ ਗਿਆ ਹੈ ਜਿਸ ਵਿੱਚ ਇਸ ਦੇ ਤਿੰਨੇ ਭਾਗਾਂ ਦੇ ਨਾਮ ਲਿਖਣੇ ਹਨ। ਵਿਦਿਆਰਥੀਓ, A ਭਾਗ ਨੂੰ ਸਿਰ ਕਹਿੰਦੇ ਹਨ, B ਭਾਗ ਮੱਧ ਭਾਗ ਹੁੰਦਾ ਹੈ ਤੇ C ਸ਼ੁਕਰਾਣੂ ਦੀ ਪੂੰਛ ਹੁੰਦੀ ਹੈ। ਵਿਦਿਆਰਥੀਓ, ਇਹ ਸ਼ੁਕਰਾਣੂ ਹੈ ਜਿਸ ਦਾ ਸਰੀਰ 3 ਭਾਗਾਂ ਵਿੱਚ ਵੰਡਿਆ ਹੁੰਦਾ ਹੈ। ਕੁਐਸਚਨ ਨੰਬਰ 19, ਦਿੱਤੇ ਗਏ ਚਿੱਤਰਾਂ ਵਿੱਚ A, V ਅਤੇ C ਦੇ ਸਹੀ ਨਾਮ ਲਿਖੋ। ਵਿਦਿਆਰਥੀਓ, ਇਹ ਨਰ ਜਨਨ ਅੰਗ ਹੈ ਜਿਸ ਵਿੱਚ ਸਾਨੂੰ A, V ਅਤੇ C ਭਾਗਾਂ ਦੇ ਨਾਮ ਲਿਖਣੇ ਹਨ। ਵਿਦਿਆਰਥੀਓ, ਨਰ ਜਨਨ ਅੰਗ ਵਿੱਚ ਇਹ ਸ਼ੁਕਰਾਣੂ ਵਹਿਣੀ ਹੈ ਜਿਹੜਾ ਕਿ ਭਾਗ A ਹੈ। B ਪਤਾਲੂ ਹੁੰਦਾ ਹੈ ਜਿੱਥੇ ਸ਼ੁਕਰਾਣੂ ਪੈਦਾ ਹੁੰਦੇ ਹਨ ਤੇ C ਨਰ ਇੰਦਰੀ ਹੈ। ਵਿਦਿਆਰਥੀਓ, ਇਹ ਨਰ ਜਨਨ ਅੰਗ ਹੈ ਜਿਸ ਵਿੱਚ ਪਤਾਲੂ ਸ਼ੁਕਰਾਣੂ ਪੈਦਾ ਕਰਦਾ ਹੈ। ਕੁਐਸਚਨ ਨੰਬਰ 20, ਜੰਤੂਆਂ ਵਿੱਚ ਪ੍ਰਜਨਨ ਕਿਹੜੀ ਵਿਧੀ ਨਾਲ ਹੁੰਦਾ ਹੈ? ਊੜਾ ਲਿੰਗੀ ਪ੍ਰਜਨਨ, ਐੜਾ ਅਲਿੰਗੀ ਪ੍ਰਜਨਨ, ਈੜੀ ਦੋਵੇਂ, ਊੜਾ ਤੇ ਐੜਾ, ਸੱਸਾ ਉਪਰੋਕਤ ਕੋਈ ਨਹੀਂ। ਵਿਦਿਆਰਥੀਓ, ਇਸ ਦਾ ਉੱਤਰ ਈੜੀ ਹੈ। ਜੰਤੂਆਂ ਵਿੱਚ ਪ੍ਰਜਨਨ ਲਿੰਗੀ ਅਤੇ ਅਲਿੰਗੀ ਦੋਵੇਂ ਵਿਧੀਆਂ ਨਾਲ ਹੁੰਦਾ ਹੈ। ਕੁਐਸਚਨ ਨੰਬਰ 21, ਹੇਠਾਂ ਦਿੱਤਾ ਚਿੱਤਰ ਕੀ ਦਰਸਾ ਰਿਹਾ ਹੈ? ਵਿਦਿਆਰਥੀਓ, ਇਹ ਚਿੱਤਰ ਨਿਸ਼ੇਸ਼ਣ ਨੂੰ ਦਰਸਾ ਰਿਹਾ ਹੈ। ਵਿਦਿਆਰਥੀਓ, ਜਦ ਸ਼ੁਕਰਾਣੂ ਅੰਡਾਣੂ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਸ਼ੁਕਰਾਣੂਆਂ ਵਿੱਚੋਂ ਇੱਕ ਸ਼ੁਕਰਾਣੂ ਅੰਡਾਣੂ ਨਾਲ ਸੰਯੋਜਿਤ ਹੋ ਜਾਂਦਾ ਹੈ ਜਿਸ ਨੂੰ ਨਿਸ਼ੇਸ਼ਣ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 22, ਹੇਠ ਲਿਖਿਆਂ ਵਿੱਚ ਕਿਹੜਾ ਨਰ ਜਨਨ ਅੰਗ ਹੈ? ਊੜਾ ਅੰਡਕੋਸ਼, ਐੜਾ ਅੰਡਕੋਸ਼ ਨਿਕਾਸ ਵਹਿਣੀ, ਈੜੀ ਸ਼ੁਕਰਾਣੂ ਵਹਿਣੀ, ਸੱਸਾ ਬੱਚੇਦਾਨੀ। ਈੜੀ ਸ਼ੁਕਰਾਣੂ ਵਹਿਣੀ ਨਰ ਜਨਨ ਅੰਗ ਹੈ। ਕੁਐਸਚਨ ਨੰਬਰ 23, ਡੱਡੂ ਦੇ ਆਂਡੇ ਤੋਂ ਆਰੰਭ ਕਰਕੇ ਪ੍ਰੌੜਵਣ ਤੱਕ ਦੀਆਂ ਸਪਸ਼ਟ ਅਵਸਥਾਵਾਂ ਜਾਂ ਪੜਾਅ ਕਿੰਨੇ ਹਨ? ਊੜਾ 1, ਐੜਾ 2, ਈੜੀ 3, ਸੱਸਾ 4। ਵਿਦਿਆਰਥੀਓ, ਇਸ ਦਾ ਉੱਤਰ ਈੜੀ 3 ਹੈ। ਵਿਦਿਆਰਥੀਓ, ਇਹ 3 ਅਵਸਥਾਵਾਂ ਜਾਂ ਪੜਾਅ ਆਂਡਾ, ਟੈਡਪੋਲ ਜਾਂ ਲਾਰਵਾ ਤੇ ਪ੍ਰੌੜ ਹਨ। ਕੁਐਸਚਨ ਨੰਬਰ 24, ਹੇਠ ਲਿਖਿਆਂ ਵਿੱਚ ਕਿਹੜਾ ਜੰਤੂ ਬਾਹਰੀ ਨਿਸ਼ੇਸ਼ਣ ਨਹੀਂ ਕਰਦਾ? ਊੜਾ ਮਛਲੀ, ਐੜਾ ਸਟਾਰਫਿਸ਼, ਈੜੀ ਮੁਰਗੀ, ਸੱਸਾ ਡੱਡੂ। ਵਿਦਿਆਰਥੀਓ, ਇਸ ਦਾ ਉੱਤਰ ਈੜੀ ਮੁਰਗੀ ਹੈ ਜੋ ਬਾਹਰੀ ਨਿਸ਼ੇਸ਼ਣ ਨਹੀਂ ਕਰਦੀ। ਕੁਐਸਚਨ ਨੰਬਰ 25, ਜੁਗਮਸ ਵਿਭਾਜਿਤ ਹੋ ਕੇ ਡੈਸ਼ ਬਣਾਉਂਦੇ ਹਨ ਜਿਨ੍ਹਾਂ ਤੋਂ ਟਿਸ਼ੂ ਬਣਦੇ ਹਨ ਫਿਰ ਇਹ ਟਿਸ਼ੂ ਅੰਗਾਂ ਵਿੱਚ ਬਦਲ ਜਾਂਦੇ ਹਨ। ਊੜਾ ਅੰਡਾਣੂ, ਐੜਾ ਸ਼ੁਕਰਾਣੂ, ਈੜੀ ਸੈੱਲ, ਸੱਸਾ ਉਪਰੋਕਤ ਕੋਈ ਨਹੀਂ। ਵਿਦਿਆਰਥੀਓ, ਇਸ ਦਾ ਉੱਤਰ ਈੜੀ ਸੈੱਲ ਹੈ।
ਜੁਗਮਸ ਵਿਭਾਜਿਤ ਹੋ ਕੇ ਸੈੱਲ ਬਣਾਉਂਦੇ ਹਨ ਜਿਨ੍ਹਾਂ ਤੋਂ ਟਿਸ਼ੂ ਬਣਦੇ ਹਨ। ਵਿਦਿਆਰਥੀਓ, ਅਸੀਂ ਜੋ ਇਸ ਲੈਕਚਰ ਵਿੱਚ ਪੜ੍ਹਿਆ ਹੈ ਉਸ ਦੀ ਰਿਵੀਜ਼ਨ ਇਹਨਾਂ ਪ੍ਰਸ਼ਨਾਂ ਨਾਲ ਕਰ ਲਈ ਹੈ। ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਸਾਰਿਆਂ ਨੇ ਇਹਨਾਂ ਪ੍ਰਸ਼ਨਾਂ ਦੇ ਸਹੀ ਉੱਤਰ ਦਿੱਤੇ ਹੋਣਗੇ। ਵਿਦਿਆਰਥੀਓ, ਇਸ ਲੈਕਚਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੰਤੂ ਕਿਵੇਂ ਲਿੰਗੀ ਪ੍ਰਜਨਨ ਨਾਲ ਆਪਣੇ ਵਰਗੇ ਜੀਵ ਪੈਦਾ ਕਰਦੇ ਹਨ। ਵਿਦਿਆਰਥੀਓ, ਅਗਲੇ ਲੈਕਚਰ ਵਿੱਚ ਅਸੀਂ ਅਲਿੰਗੀ ਪ੍ਰਜਨਨ ਬਾਰੇ ਪੜ੍ਹਾਂਗੇ। ਮੈਨੂੰ ਆਸ ਹੈ ਕਿ ਤੁਸੀਂ ਇਸ ਲੈਕਚਰ ਨੂੰ ਬੜੇ ਧਿਆਨ ਨਾਲ ਸੁਣਿਆ ਹੋਵੇਗਾ। ਇਸ ਲੈਕਚਰ ਨੂੰ ਧਿਆਨ ਨਾਲ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।